ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਫਿਰ ਤੋਂ ਆਪਾਂ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਕਰਦੇ ਹਾਂ ਸਿੱਖਿਆ ਨਾਲ ਬ੍ਰੈਕਫਾਸਟ ਸ਼ੋਅ ਤੇ ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਦੱਸ ਕੇ ਗਏ ਸੀਗੇ ਕਿ ਸਾਡੇ ਨਾਲ ਬਹੁਤ ਹੀ ਖਾਸ ਗੈਸਟ ਅੱਜ ਸਾਡੇ ਨਾਲ ਬ੍ਰੈਕਫਾਸਟ ਸ਼ੋਅ ਤੇ ਉੱਪਰ ਪਹੁੰਚੇ ਆ ਤੇ ਉਹਨਾਂ ਨਾਲ ਆਪਾਂ ਤੁਹਾਨੂੰ ਇੰਟਰੋਡਿਊਸ ਕਰਵਾਵਾਂਗੇ ਕਿਉਂਕਿ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗੀ ਕਿਉਂਕਿ ਸਾਡੇ ਕੋਲ ਸਮਾਂ ਆਲਰੇਡੀ ਬਹੁਤ ਸੀਮਤ ਹੁੰਦਾ ਤੇ ਗੱਲਬਾਤ ਕਾਫੀ ਕਰਨੀ ਹੁੰਦੀ ਆ। ਸੋ ਅੱਜ ਸਾਡੇ ਨਾਲ ਬ੍ਰੈਕਫਾਸਟ ਸ਼ੋਅ ਤੇ ਪਹੁੰਚੇ ਆ ਜੀ, ਜਿਵੇਂ ਕਿ ਅਸੀਂ ਗੱਲਬਾਤ ਕਰਦੇ ਸੀਗੇ ਪਹਿਲਾਂ ਕਿ ਪਬਲਿਕ ਹੈਲਥ ਇੰਗਲੈਂਡ ਵੱਲੋਂ ਇੱਕ ਕੈਂਪੇਨ ਲਾਂਚ ਕੀਤੀ ਗਈ ਆ ਕਿ ਜਿਹੜੇ ਮੈਂਟਲ ਹੈਲਥ ਆ ਉਹਨਾਂ ਨੂੰ ਉਹਨਾਂ ਦੇ ਉੱਪਰ ਪੀਪਲਸ ਨੂੰ ਇਨਕਰੇਜ ਕਰਨਾ ਕਿ ਦੱਸਣਾ ਕਿ ਜਿਹੜੀ ਮੈਂਟਲ ਹੈਲਥ ਪ੍ਰੋਬਲਮਸ ਕੀ ਹੁੰਦੀਆਂ ਤੇ ਉਹਦੇ ਉੱਪਰ ਅਵੇਅਰਨੈਸ ਬਾਰੇ ਉਹਨਾਂ ਨੇ ਕੈਂਪੇਨ ਲਾਂਚ ਕੀਤੀ ਆ ਤੇ ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਨੇ ਪ੍ਰੋਫੈਸਰ ਸਵਰਨ ਸਿੰਘ, ਮੈਂਟਲ ਹੈਲਥ ਐਂਡ ਵੈਲਬੀਇੰਗ ਵਾਰਵਿਕ ਮੈਡੀਕਲ ਸਕੂਲ ਤੋਂ, ਤੇ ਨਾਲ ਉਹਨਾਂ ਦੇ ਪਹੁੰਚੇ ਨੇ ਜੀ ਕੁਲਵਿੰਦਰ ਸਿੰਘ ਜਿਹੜੇ ਕਿ ਆਪਣੀ ਸਟੋਰੀ ਅੱਜ ਸਾਡੇ ਨਾਲ ਸ਼ੇਅਰ ਕਰਨਗੇ। ਸੋ ਆਓ ਉਹਨਾਂ ਨੂੰ ਮਿਲਦੇ ਹਾਂ, ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਤੁਹਾਡਾ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਸਿੱਖ ਚੈਨਲ ਦੇ ਬ੍ਰੈਕਫਾਸਟ ਸ਼ੋਅ ਤੇ ਅੱਜ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਸੋ ਜਿਵੇਂ ਅਸੀਂ ਦੱਸਿਆ ਕਿ ਪਬਲਿਕ ਹੈਲਥ ਇੰਗਲੈਂਡ ਵੱਲੋਂ ਜਿਹੜੀ ਕਿ ਕੈਂਪੇਨ ਲਾਂਚ ਕੀਤੀ ਗਈ ਆ, ਦੇ ਲਾਂਚ ਅ ਕੈਂਪੇਨ ਟੂ ਲਾਈਕ ਇਨਕਰੇਜ ਪੀਪਲ ਅਬਾਊਟ ਦੇਅਰ ਮੈਂਟਲ ਹੈਲਥ। ਸੋ ਤੁਸੀਂ ਜਿਵੇਂ ਅੱਜ ਆਪਾਂ ਗੱਲਬਾਤ ਕਰਨੀ ਆ ਐਵਰੀ ਮਾਈਂਡ ਮੈਟਰਸ ਦੇ ਉੱਪਰ, ਸੋ ਤੁਸੀਂ ਸਭ ਤੋਂ ਪਹਿਲਾਂ ਮੇਰਾ ਇਹ ਸਵਾਲ ਹੈਗਾ ਤੁਹਾਨੂੰ ਕਿ ਵਾਟ ਇਜ਼ ਲਾਈਕ ਐਵਰੀ ਮਾਈਂਡ ਮੈਟਰ ਕੈਂਪੇਨ, ਸੋ ਉਹਦੇ ਬਾਰੇ ਤੁਸੀਂ ਦੱਸੋ। ਹਾਂਜੀ, ਦੇਖੋ ਪਬਲਿਕ ਹੈਲਥ ਇੰਗਲੈਂਡ ਨੇ ਇਹ ਕੈਂਪੇਨ ਸ਼ੁਰੂ ਕੀਤਾ ਹੈ ਇਸ ਬਾਰੇ ਕਿ ਜਿਵੇਂ ਅਸੀਂ ਆਪਣੀ ਸਰੀਰਕ ਸਿਹਤ ਦਾ ਖਿਆਲ ਰੱਖਦੇ ਹਾਂ ਉਂਝ ਹੀ ਸਾਨੂੰ ਆਪਣੀ ਮਾਨਸਿਕ ਸਿਹਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਜੀ। ਤੇ ਇਹ ਜ਼ਰੂਰੀ ਸਭ ਵਾਸਤੇ ਹੈ ਪਰ ਸਾਡੀ ਕਮਿਊਨਿਟੀ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਕਮਿਊਨਿਟੀ ਵਿੱਚ ਅਸੀਂ ਇਹਨਾਂ ਚੀਜ਼ਾਂ ਬਾਰੇ ਆਮ ਤੌਰ ਤੇ ਗੱਲ ਨਹੀਂ ਕਰਦੇ। ਝਿਜਕ ਰਹਿੰਦੀ ਹੈ, ਕੁਛ ਸ਼ਰਮਿੰਦਗੀ ਹੁੰਦੀ ਹੈ, ਕੁਛ ਲੱਗਦਾ ਹੈ ਕਿ ਸ਼ਾਇਦ ਇਹਦੇ ਨਾਲ ਸਟਿਗਮਾ ਕਿ ਸਾਡੇ ਖਾਨਦਾਨ ਦਾ ਨਾਂ ਖਰਾਬ ਹੋਏਗਾ। ਤੇ ਸਾਡੀ ਕਮਿਊਨਿਟੀ ਵਿੱਚ ਜਿਨ੍ਹਾਂ ਲੋਕਾਂ ਨੂੰ ਮਾਨਸਿਕ ਪਰੇਸ਼ਾਨੀਆਂ ਨੇ ਉਹ ਅਸੀਂ ਰਿਸਰਚ ਕੀਤੀ ਹੈ ਕਿ ਉਹ ਸਰਵਿਸਿਜ਼ ਕੋਲ ਲੇਟ ਆਉਂਦੇ ਹੈ ਤੇ ਅਸੀਂ ਇਹ ਵੀ ਸਾਬਤ ਕੀਤਾ ਹੈ ਕਿ ਮਾਨਸਿਕ ਪਰੇਸ਼ਾਨੀਆਂ ਵਾਸਤੇ ਅਗਰ ਤੁਸੀਂ ਜਲਦੀ ਤੋਂ ਜਲਦੀ ਮਦਦ ਲਓ ਤਾਂ ਤੁਸੀਂ ਉਹਨਾਂ ਨੂੰ ਬਿਲਕੁਲ ਕਾਬੂ ਕਰ ਸਕਦੇ ਹੋ। ਤੇ ਇਹ ਕੈਂਪੇਨ ਇਸ ਵਾਸਤੇ ਹੈ ਕਿ ਤੁਹਾਡੀ ਮਾਨਸਿਕ ਸਿਹਤ ਜਿਹੜੀ ਹੈ ਬਹੁਤ ਜ਼ਰੂਰੀ ਹੈ, ਉਹਦਾ ਖਿਆਲ ਰੱਖੋ। ਉਹਦਾ ਖਿਆਲ ਰੱਖਣ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਉਹਦੇ ਬਾਰੇ ਇਨਫੋਰਮੇਸ਼ਨ ਹੈ ਤੇ ਇਹ ਵੀ ਇਨਫੋਰਮੇਸ਼ਨ ਹੈ ਕਿ ਕਦੋਂ ਤੁਹਾਨੂੰ ਮਦਦ ਦੀ ਜ਼ਰੂਰਤ ਪਏਗੀ ਤੇ ਕਿਵੇਂ ਤੁਸੀਂ ਮਦਦ ਤੁਸੀਂ ਪਾ ਸਕਦੇ ਹੋ। Okay. So my next question is, which areas of mental health is the your campaign is addressing? Right. So this campaign is addressing common mental health problems. Not really. So there are serious mental disorders like schizophrenia, or dementia, or bipolar disorder. This campaign is not about them. Although there's a lot of importance of those areas, this campaign is much more about everyday problems like stress, anxiety, worry, lack of sleep. ਜਿਵੇਂ ਪਰੇਸ਼ਾਨੀ, ਦੁੱਖ, ਨਿੰਦਰ ਨਾ ਆਉਣੀ, ਜਾਂ ਇਹ ਸਮਝਣਾ ਕਿ ਮੇਰੇ ਕੋਲ ਨਹੀਂ ਹੋ ਰਿਹਾ, ਮੈਂ ਐਵਰੀਡੇ ਪ੍ਰੋਬਲਮ ਜਿਹੜੀ ਹੈ ਰੋਜ਼ ਦੀ ਚਿਕ ਜਿਹੜੀ ਹੈ ਉਹਦੇ ਨਾਲ ਮੈਂ ਨਹੀਂ ਕੋਪ ਕਰ ਸਕਦੀ। ਸੋ ਦਿਸ ਇਜ਼ ਅਬਾਊਟ ordinary common mental health problems which all of us experience, and it's about how to deal with them. ਸੋ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਸੀ ਇਹਦੇ ਨਾਲ ਰਿਲੇਟਡ ਕਿ ਜਿਵੇਂ ਹੁਣ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਡੀ ਲਾਈਫ ਨੋਰਮਲ ਆ ਨਾ, ਸੋ ਕਈ ਵਾਰੀ ਸਾਡੇ ਮਾਈਂਡ ਦੇ ਵਿੱਚ ਕੋਈ ਗੱਲ ਚੱਲ ਰਹੀ ਹੁੰਦੀ ਆ, ਕੋਈ ਸਟ੍ਰੈਸ ਆ, ਅਸੀਂ ਕਿਤੇ ਜਾ ਰਹੇ ਹਾਂ, ਕੋਈ ਰਸਤਾ ਸਾਨੂੰ ਭੁੱਲ ਗਿਆ, ਅਸੀਂ ਉਸੇ ਰਸਤੇ ਤੇ ਡੇਲੀ ਜਾਂਦੇ ਹਾਂ, ਉਹ ਰਸਤਾ ਸਾਨੂੰ ਭੁੱਲ ਗਿਆ ਜਾਂ ਸਾਡੇ ਮਾਈਂਡ 'ਚ ਨਹੀਂ ਆ ਰਹੀ ਕੋਈ ਗੱਲ, ਸੋ ਉਹਨੂੰ ਵੀ ਅਸੀਂ ਕਹਿ ਰਹੇ ਕਿ ਮੈਂਟਲ ਹੈਲਥ ਪ੍ਰੋਬਲਮ ਆ ਸਾਨੂੰ। ਹਾਂਜੀ ਬਿਲਕੁਲ, ਉਹ ਵੀ ਮੈਂਟਲ ਹੈਲਥ ਪ੍ਰੋਬਲਮ ਹੈ ਕਿਉਂਕਿ ਸਾਡੇ ਧਰਮ ਵਿੱਚ ਤੇ ਈਸਟ ਦੇ ਕਲਚਰਸ ਵਿੱਚ ਇਹ ਕਾਫੀ ਹੈ ਕਿ ਦੁੱਖ ਜੋ ਹੈ ਨਾ ਉਹ ਜ਼ਿੰਦਗੀ ਦਾ ਹਿੱਸਾ ਹੈ ਤੇ ਉਹ ਨਾਨਕ ਦੁਖੀਆ ਸਭ ਸੰਸਾਰ ਕਹਿੰਦੇ ਆ ਨਾ ਕਿ ਦੁੱਖ ਤੇ ਸਭ ਨੂੰ ਹੁੰਦਾ ਹੈ। ਪਰ ਕਈ ਵਾਰੀ ਦੁੱਖ ਜਾਂ ਪਰੇਸ਼ਾਨੀ ਇੰਨੀ ਵੱਧ ਜਾਂਦੀ ਹੈ ਕਿ ਤੁਹਾਡੇ ਰੋਜ਼ ਦੇ ਕੰਮ ਵਿੱਚ ਵੀ ਉਹ ਰੁਕਾਵਟ ਪਾਉਂਦੀ ਹੈ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ, ਜੋ ਤੁਸੀਂ ਰੋਜ਼ ਕਰਦੇ ਹੋ ਉਹ ਤੁਹਾਡੇ ਕੋਲ ਨਹੀਂ ਹੋ ਰਿਹਾ, ਜਾਂ ਤੁਸੀਂ ਇੰਨੇ ਆਪਣੇ ਖਿਆਲਾਂ 'ਚ ਖੋਏ ਹੋ ਕਿ ਜਿਹੜਾ ਤੁਹਾਡਾ ਆਮ ਤੌਰ ਦਾ ਕੰਮ ਹੈ ਘਰ ਕਾਜ ਦਾ ਉਹ ਵੀ ਤੁਹਾਡੇ ਕੋਲ ਨਹੀਂ ਹੋ ਰਿਹਾ। ਇਹਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਪਰੇਸ਼ਾਨੀ ਹੈ ਇਹ ਇੰਨੀ ਵੱਧ ਗਈ ਹੈ ਕਿ ਹੁਣ ਤੁਹਾਨੂੰ ਮਦਦ ਦੀ ਲੋੜ ਹੈ। ਸੋ ਵੀ ਸ਼ੁਡ ਨਾਟ ਅਸਿਊਮ that because depression and anxiety are normal, hence they are always normal. They can become so severe that they impair your functioning. ਤੁਹਾਡੇ ਕੋਲ ਕੰਮ ਕਾਜ ਨਹੀਂ ਹੋ ਰਿਹਾ,
and if they impair your functioning, you must seek help. Yeah, definitely. So I would like to ask one question to Kulvinder Singh. Why are you supporting this campaign? Well, I'm supporting this campaign because I have personal experiences in relation to mental health illness. 13 years ago, my father, Mahinder Singh Dinsa, died by suicide. 3 months previous to that, his brother Mataya did the same thing, died by suicide. So over the last 13 years, I've tried to share my father's story as well as my own story. I've written about it in my book, My Father and the Lost Legend of Pear Tree, whereby I've explained what happened to my father, what led up to his death, what happened after his death, and how I tried to come to terms with his death, and in the process try and share his story to help more people in our own community understand what mental health illness is and how we should do better to improve our lives. So what helped you to overcome this this problem? Well, in my own experience, writing about it helped me, because in our community, our people find it very difficult to talk about suicide or depression, because as a Sikh, our folk are very much, they like to be in positive spirits, you know, Chardi Kala, high rising spirits and so on. So for them to then be affected by mental illness and be in a negative frame of mind, it goes totally against the fundamentals of Sikhism about being positive and, you know, doing your utmost best to fight against this illness. So what I tried to do, because I couldn't talk to people because they didn't want to talk to me because they thought they would either upset me or didn't know what to say, I began writing about it, and I began to open up and put all my feelings down and, you know, put questions down, and it helped me. It was cathartic for me to be able to write my story down, and eventually the point came where I thought I need to share this with the wider public. So eventually I did release two of my books, 2 parts, and I felt much more happier in myself, and also I was helping to keep my father's memory alive, because in my opinion he was a good man, and just because he died by suicide does not mean that he should be forgotten in life. It's not fair on anyone who dies by suicide that they should be forgotten because people are too worried, too scared to talk about things like that. Yeah, sure. So my next question to Professor Swaran Singh, ਕਿ ਜਿੱਦਾਂ ਈਸਟ ਐਂਡ ਵੈਸਟ ਮਿਡਲੈਂਡ ਦੇ ਵਿੱਚ ਤੁਸੀਂ ਕੀ ਸਮਝਦੇ ਆ ਕਿ ਜਿਹੜੀ ਮੈਂਟਲ ਹੈਲਥ ਪ੍ਰੋਬਲਮਸ ਆ ਕਿੰਨੀ ਕੁ ਹੈਗੀ ਆ, ਕਿੰਨੀ ਕੁ ਰਿਪੋਰਟਸ ਤੁਹਾਨੂੰ ਮਿਲਦੀਆਂ ਹੈਗੀਆਂ ਦੇ ਬਾਰੇ? ਦੇਖੋ ਜੀ, ਇਹ ਸਾਰੇ ਦੇਸ਼ ਵਿੱਚ ਜਾਂ ਸਾਰੀ ਦੁਨੀਆ ਵਿੱਚ ਅਗਰ ਤੁਸੀਂ ਰਿਸਰਚ ਦੇਖੋ ਤੇ 4 ਵਿੱਚੋਂ 1 ਇਨਸਾਨ ਨੂੰ ਜ਼ਿੰਦਗੀ ਵਿੱਚ ਪਰੇਸ਼ਾਨੀ ਇੰਨੀ ਵੱਧ ਸਕਦੀ ਹੈ ਕਿ ਉਹਨਾਂ ਨੂੰ ਅਸੀਂ ਮੈਂਟਲ ਇਲਨੈਸ ਕਹਿ ਸਕਦੇ ਹਾਂ, ਯਾਨੀ 25% ਪੋਪੂਲੇਸ਼ਨ। ਓਕੇ, ਕਾਫੀ। ਇਹਦਾ ਇਹ ਮਤਲਬ ਨਹੀਂ ਕਿ ਹਰ ਵੇਲੇ 25% ਪੋਪੂਲੇਸ਼ਨ ਹੈ, ਲਾਈਫ ਟਾਈਮ ਵਿੱਚ ਇਟ ਇਜ਼ ਅ ਬਿਗ ਪ੍ਰੋਬਲਮ। ਤੇ ਵੈਸਟ ਮਿਡਲੈਂਡਸ ਵਿੱਚ ਵੀ ਉਸੇ ਹਿਸਾਬ ਨਾਲ ਕਾਫੀ ਪਰੇਸ਼ਾਨੀ ਹੈ। ਦੂਜਾ ਇਹ ਵੀ ਹੈ ਕਿ ਜਿਹੜੇ ਇਮੀਗ੍ਰੈਂਟ ਗਰੁੱਪ ਨੇ, ਜਿਵੇਂ ਕੁਲਵਿੰਦਰ ਸਿੰਘ ਦੱਸ ਰਹੇ, ਜੇ ਸਾਡੇ ਜਿਹੜੇ ਪਹਿਲੀ ਜਨਰੇਸ਼ਨ ਜਦੋਂ ਆਏ ਉਹ ਆਪਣਾ ਘਰ-ਬਾਰ ਸਭ ਛੱਡ ਕੇ ਇਕੱਲੇ ਆਏ ਇੱਕ ਬਿਲਕੁਲ ਡਿਫਰੈਂਟ ਕਲਚਰ ਵਿੱਚ, ਤੇ ਇੱਥੇ ਬੜੀਆਂ ਉਹਨਾਂ ਨੂੰ ਮੁਸ਼ਕਲਾਂ, ਬੜੀਆਂ ਰੁਕਾਵਟਾਂ ਸਨ ਉਹਨਾਂ ਦੇ ਰਸਤੇ ਵਿੱਚ। ਦੇ ਸਟਰਗਲਡ and they struggled quietly. Now we know that, and they also lived in social disadvantage. ਇਹ ਵੀ ਸਾਨੂੰ ਰਿਸਰਚ ਤੋਂ ਪਤਾ ਹੈ ਕਿ ਸੋਸ਼ਲ ਡਿਸਐਡਵਾਂਟੇਜ ਜਾਂ ਵਾਰ-ਵਾਰ ਜ਼ਿੰਦਗੀ, ਰੇਸਿਜ਼ਮ, ਇਹ ਜਿਹੜੀਆਂ ਚੀਜ਼ਾਂ ਨੇ ਇਹ ਮਾਨਸਿਕ ਸਿਹਤ ਵਾਸਤੇ ਬੜੀਆਂ ਮਾੜੀਆਂ ਨੇ। ਸੋ ਇਨ ਆਰ ਕਮਿਊਨਿਟੀਜ਼ there is evidence that some mental disorders are particularly high. ਜਿਵੇਂ ਤੁਸੀਂ ਦੇਖੋ, ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਔਰਤਾਂ ਵਿੱਚ ਡਿਪਰੈਸ਼ਨ, ਮਰਦਾਂ ਵਿੱਚ ਸ਼ਰਾਬ, ਤੇ ਕੁਝ ਕਮਿਊਨਿਟੀਜ਼ ਵਿੱਚ ਸਾਈਕੋਸਿਸ ਤਾਂ ਦੀ ਮੈਂਟਲ ਇਲਨੈਸ, ਇਹ ਕਾਫੀ ਨੇ। ਇਹਦਾ ਤੇ ਜਿਹੜੀ ਮਾਨਸਿਕ ਬਿਮਾਰੀ ਹੈ ਨਾ, ਉਹ ਖਾਲੀ ਇੱਕ ਇਨਸਾਨ ਦੇ ਉੱਤੇ ਅਸਰ ਨਹੀਂ ਕਰਦੀ, ਉਹਦੀ ਫੈਮਿਲੀ ਦੇ ਉੱਤੇ, ਉਹਦੀ ਕਮਿਊਨਿਟੀ ਦੇ ਉੱਤੇ, ਸਾਰੀ ਸੁਸਾਇਟੀ ਦੇ ਉੱਤੇ, ਕਿਉਂਕਿ ਲੋਕ ਕੰਮ ਕਾਜ ਨਹੀਂ ਕਰ ਸਕਦੇ, you know, they stop becoming productive members of society. Suicide, like Kulvinder spoke, it's a tragedy, and it's a family and individual tragedy. It's also collective social tragedy. So it's a big problem.
it's a big unrecognized problem. ਸੋ ਮੇਨ ਗੱਲ ਹੁੰਦੀ ਆ ਕਿ ਜਿੱਦਾਂ ਆਪਾਂ ਸ਼ੇਅਰ ਨਹੀਂ ਕਰਦੇ ਕਿਸੇ ਨਾਲ ਗੱਲ ਹਨਾ, ਹਾਂਜੀ। ਸੋ ਆਪਾਂ ਆਪਣੇ ਆਪ ਦੇ ਵਿੱਚ ਸੋਚਦੇ ਰਹਿੰਦੇ ਆ, ਦਿਮਾਗ ਦੇ ਵਿੱਚ ਸੋਚਦੇ ਰਹਿੰਦੇ ਆ, ਸੋ ਉਹਨੂੰ ਅਸੀਂ ਸਟ੍ਰੈਸ ਵੀ ਕਹਿ ਸਕਦੇ ਆ ਨਾ। ਸੋ ਜਿਹੜੇ ਸਾਡੇ ਮੂਡ ਸਵਿੰਗਸ ਆਪਾਂ ਕਹਿ ਸਕਦੇ ਕਿ ਉਹ ਹੁੰਦੇ ਆ, ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਕੀ ਕਰਨਾ, ਮਾਈਂਡ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ, ਦਿਲ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ, ਕੀ ਕਰਨਾ ਕੀ ਸੋਚਣਾ ਹਨਾ। ਸੋ ਕਾਫੀ ਗੱਲਾਂ ਆਪਾਂ ਕਹਿ ਸਕਦੇ ਆ, ਪਰ ਕਈ ਵਾਰੀ ਅਸੀਂ ਬਹੁਤ ਨੋਰਮਲ ਲੈ ਲੈਂਦੇ ਇਸ ਗੱਲ ਨੂੰ ਕਿ ਕਈ ਵਾਰੀ ਸਾਨੂੰ ਕੋਈ ਸਟ੍ਰੈਸ ਹੁੰਦਾ, ਅਸੀਂ ਸੋਚਦੇ ਆ ਕਿ ਨਹੀਂ ਇਹ ਨੋਰਮਲ ਆ, ਇਹ ਹਰ ਕਿਸੇ ਦੇ ਨਾਲ ਹੁੰਦਾ ਹਨਾ। ਸੋ ਅਸੀਂ ਉਹਨੂੰ ਇਹ ਨਹੀਂ ਸੋਚਦੇ ਕਿ ਮੈਂਟਲ ਸਾਨੂੰ ਇਲਨੈਸ ਹੋ ਸਕਦੀ ਆ ਜਾਂ ਮੈਂਟਲ ਪ੍ਰੋਬਲਮ ਹੋ ਸਕਦੀ ਆ। ਸੋ ਉਹਨੂੰ ਕਿਵੇਂ ਸਮਝ ਪੈਂਦੀ ਆ, ਅਸੀਂ ਕਿਵੇਂ ਸਮਝ ਸਕਦੇ ਆ ਕਿ ਸਾਨੂੰ ਮੈਂਟਲ ਇਲਨੈਸ ਦੀ ਪ੍ਰੋਬਲਮ ਹੈਗੀ ਆ, ਜਾਂ ਸਾਨੂੰ ਕਿਸੇ ਨਾਲ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਟ੍ਰੀਟਮੈਂਟ ਲੈਣੀ ਚਾਹੀਦੀ ਆ, ਜਾਂ ਕੋਈ ਇਹਦਾ ਸਾਨੂੰ ਕਿਵੇਂ ਪਤਾ ਲੱਗਦਾ? ਠੀਕ, ਓਕੇ। ਮੈਂ ਉਸ ਤੋਂ ਪਹਿਲੇ ਮੈਂ ਇੱਕ ਜ਼ਰੂਰੀ ਗੱਲ ਕਹਿਣਾ ਚਾਹੁੰਦਾ ਤੁਹਾਡੇ ਲਿਸਨਰਸ ਨੂੰ ਕਿ ਜੋ ਮਾਨਸਿਕ ਪਰੇਸ਼ਾਨੀ ਜਾਂ ਮਾਨਸਿਕ ਬਿਮਾਰੀ ਹੈ ਜੀ, ਇਹ ਕਮਜ਼ੋਰੀ ਨਹੀਂ ਹੈ ਜੀ, ਇਹ ਕਾਵਰਡਿਸ ਨਹੀਂ ਹੈ, ਹਾਂਜੀ, ਇਹ ਬੁਜ਼ਦਿਲੀ ਨਹੀਂ ਹੈ ਜੀ। ਇਹ ਸਮਝਣਾ, ਜਿਵੇਂ ਕੁਲਵਿੰਦਰ ਨੇ ਕਿਹਾ, ਅਸੀਂ ਕਹਿੰਦੇ ਹਾਂ ਕਿ ਜੀ ਚੜ੍ਹਦੀ ਕਲਾ 'ਚ ਰਹੋ, ਜੀ, ਹਰ ਕੋਈ ਹਰ ਵੇਲੇ ਚੜ੍ਹਦੀ ਕਲਾ 'ਚ ਨਹੀਂ ਰਹਿ ਸਕਦਾ। ਤੇ ਇਹ ਸਮਝਣਾ ਕਿ ਇਹ ਮੇਰੀ ਪਰੇਸ਼ਾਨੀ ਹੁਣ ਵੱਧ ਗਈ ਹੈ, ਇਹਦੇ ਵਾਸਤੇ ਮੈਨੂੰ ਮਦਦ ਚਾਹੀਦੀ ਹੈ, ਇਹ ਵੀ ਸਟਰੈਂਥ ਹੈ। ਮਦਦ ਮੰਗਣਾ ਵੀ ਇਹ ਕਮਜ਼ੋਰੀ ਨਹੀਂ ਹੈ ਜੀ, ਇਹ ਨਿਸ਼ਾਨੀ ਹੈ ਅਕਲਮੰਦੀ ਦੀ। ਹਾਂਜੀ, ਕਿ ਮੈਨੂੰ ਹੁਣ ਪਰੇਸ਼ਾਨੀ ਇੰਨੀ ਵੱਧ ਗਈ ਹੈ ਕਿ ਮੈਨੂੰ ਇਹਦੇ ਵਾਸਤੇ ਮਦਦ ਚਾਹੀਦੀ ਹੈ। ਤੁਸੀਂ ਇੱਕ ਬੜੀ ਸਹੀ ਗੱਲ ਕਹੀ ਕਿ ਕਈ ਵਾਰੀ ਪਰੇਸ਼ਾਨੀ ਇੰਨੀ ਵੱਧ ਜਾਂਦੀ ਹੈ ਕਿ ਇਨਸਾਨ ਆਪਣੇ ਆਪ ਵਿੱਚ ਗੁੰਮ ਹੋ ਜਾਂਦਾ ਹੈ ਜੀ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਜੋ ਕਰ ਰਿਹਾ ਜਾਂ ਕਰ ਰਹੀ ਹਾਂ ਇਹ ਠੀਕ ਨਹੀਂ ਹੈ। ਪਰ ਆਸ-ਪਾਸ ਫੈਮਿਲੀ ਤੇ ਹੈ ਨਾ, ਫਿਰ ਫੈਮਿਲੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਸਭ ਨੂੰ ਹੁੰਦਾ ਹੈ, ਤੇ ਫੈਮਿਲੀ ਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਇਹਦੇ ਬਾਰੇ ਗੱਲ ਕਰਾਂਗੇ ਤੇ ਕੁਝ ਮਾੜਾ ਹੋਏਗਾ ਜਾਂ ਸਾਡੇ ਖਾਨਦਾਨ ਦੇ ਉੱਤੇ ਕੋਈ ਭੈੜੀ ਨਜ਼ਰ ਨਾਲ ਦੇਖੇਗਾ। ਇਹ ਕਿਉਂਕਿ ਇਹ ਜਿਵੇਂ ਤੁਹਾਨੂੰ ਡਾਇਬੀਟੀਜ਼ ਹੋ ਸਕਦੀ ਹੈ, ਤੁਹਾਡੀ ਟੰਗ ਟੁੱਟ ਸਕਦੀ ਹੈ, ਤੁਹਾਡਾ ਐਕਸੀਡੈਂਟ ਹੋ ਸਕਦਾ ਹੈ, ਇਹ ਉਂਝ ਹੀ ਹੈ। ਦੂਜੀ ਗੱਲ ਤੁਸੀਂ ਮੈਨੂੰ ਪੁੱਛੀ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਹੁਣ ਸਾਨੂੰ ਮਦਦ ਦੀ ਲੋੜ ਹੈ। ਪਹਿਲੇ ਮੈਂ ਕਿਹਾ ਸੀ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਆਮ ਤੌਰ ਦਾ ਕੰਮ ਹੈ ਉਹਦੇ ਕਰਨ ਵਿੱਚ ਤੁਹਾਨੂੰ ਹੁਣ ਮੁਸ਼ਕਿਲ ਹੋ ਰਹੀ ਹੈ ਜੀ, ਇਹ ਬੜਾ ਇੰਪੋਰਟੈਂਟ ਸਾਈਨ ਹੈ। ਓਕੇ, ਸੋ ਇਫ ਯੂ ਆਰ dealing to perform your daily functions, if you're struggling to perform your daily functions, that is a very important sign that you need help. Okay. ਉਸ ਤੋਂ ਪਹਿਲੇ ਵੀ ਜਿਵੇਂ ਨਿੰਦਰ ਖਰਾਬ ਹੋ ਜਾਣਾ, ਨਿੰਦਰ ਨਾ ਆਣਾ ਜੀ, ਇਹ ਬੜਾ ਇੰਪੋਰਟੈਂਟ ਤੇ ਸੈਂਸਿਟਿਵ ਸਾਈਨ ਹੈ। ਜੇ ਤੁਹਾਨੂੰ ਨਿੰਦਰ ਨਹੀਂ ਆ ਰਹੀ ਜੀ, ਜਾਂ ਤੁਸੀਂ ਸੋ ਜਾਂਦੇ ਹੋ, ਵਾਰ-ਵਾਰ ਤੁਹਾਡੀ ਅੱਖ ਖੁੱਲ ਜਾਂਦੀ ਹੈ, ਫਿਰ ਤੁਹਾਡੇ ਮਨ ਵਿੱਚ ਵਿਚਾਰ ਉਹੀਓ ਵਿਚਾਰ ਵਾਰ-ਵਾਰ ਆ ਰਹੇ ਹੈ ਤੇ ਉਹ ਨੈਗੇਟਿਵ ਤਰ੍ਹਾਂ ਦੇ ਵਿਚਾਰ ਹੈ, ਮੈਂ ਕੀ ਕਰਾਂ, ਮੇਰੇ ਨਾਲ ਕੀ ਹੋਇਆ। ਤੁਹਾਨੂੰ ਜੇ ਲੱਗਦਾ ਹੈ ਪਾਸਟ ਬਾਰੇ, ਤੁਹਾਨੂੰ ਲੱਗਦਾ ਹੈ ਗਿਲਟ, ਜਾਂ ਤੁਹਾਨੂੰ ਫਿਊਚਰ ਬਾਰੇ ਲੱਗਦਾ ਹੈ ਕਿ ਕੁਝ ਠੀਕ ਨਹੀਂ ਹੋਏਗਾ, ਜੇ ਤੁਹਾਡੇ ਵਿਚਾਰ ਜਿਹੜੇ ਨੇ ਇਹ ਦੁੱਖ ਭਰੇ ਨੇ, ਚਿੰਤਾ ਭਰੇ ਨੇ, ਇਹ ਵੀ ਨਿਸ਼ਾਨੀ ਹੈ ਕਿ ਤੁਹਾਨੂੰ ਮਦਦ ਦੀ ਲੋੜ ਹੈ। ਓਕੇ, ਤੇ if you are very anxious, if you've got a lot of depressive thoughts, if you're not sleeping very well, and if you're not coping, all of these are signs that you need help and you should seek help. So I would like to ask question to Kulvinder Singh, like if you got any of the signs, if you are feeling anxious, the people who are feeling anxious, stressed or experience low moods, so what support is this campaign is making available for those people? Well, Public Health England have a website called Every Mind Matters, so you could go onto that website and you can see the various stories that are shared, experiences, and people show how they manage their condition and how they can make action plans. Now, obviously, there might be some people, a lot of people in our community that cannot understand English, read it, speak it, and so on. So I would say this, I'd say if you think you are experiencing these issues, get a family member, get a friend, and get there and talk to them about it first, engage with them, and then ask them to go onto the website, have a read of what it says, and then interpret that, translate that, and get talking, because that's the main thing. People need to talk. As you know, if we're not going to talk, the problem's only going to get worse. So you need to get onto the website and think about some of the things, some of the symptoms that you may be experiencing. ਓਕੇ, ਸੋ ਤੁਸੀਂ ਕੀ ਸਮਝਦੇ ਆ ਕਿ ਸਾਊਥ ਇੰਡੀਅਨਸ ਵਾਸਤੇ ਕੈਂਪੇਨ ਮਤਲਬ ਕਿਉਂ ਜ਼ਰੂਰੀ ਆ, ਕਿ ਜਿਹੜੇ ਸਾਊਥ ਇੰਡੀਅਨਸ ਹੈਗੇ ਆ
ਉਹਨਾਂ ਨੂੰ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਜਾਂ ਆਪਾਂ ਬਾਕੀ ਹੋਰ ਕਮਿਊਨਿਟੀਜ਼ ਨੂੰ ਵੀ ਕਹਿ ਸਕਦੇ ਜਾਂ ਹੋਰ ਨੂੰ ਉਹਨਾਂ ਨੂੰ ਵੀ ਕਹਿ ਸਕਦੇ ਹਾਂ ਨਾਰਥ ਵਾਲੀ ਸਾਈਡ? ਦੇਖੋ ਇਹ ਤੇ ਪ੍ਰੋਬਲਮ ਤੇ ਹਿਊਮੈਨਿਟੀ ਦੀ ਹੈ ਜੀ, ਹਰ ਇੱਕ ਨੂੰ ਹੋ ਸਕਦੀ ਹੈ। ਸਾਡੀ ਕਮਿਊਨਿਟੀ ਦੀ ਸਾਊਥ ਇੰਡੀਅਨ ਕਮਿਊਨਿਟੀ ਵਿੱਚ ਅਸੀਂ ਪਿੱਛੇ ਬਰਮਿੰਘਮ ਵਿੱਚ ਬੜਾ ਵੱਡਾ ਰਿਸਰਚ ਪ੍ਰੋਜੈਕਟ ਕੀਤਾ ਸੀ ਜੀ। ਅਸੀਂ ਇਹ ਜਾਣਨਾ ਚਾਹੁੰਦੇ ਸਾਂ ਕਿ ਸਾਊਥ ਇੰਡੀਅਨ ਕਮਿਊਨਿਟੀ ਕਿਸ ਤਰ੍ਹਾਂ ਫਰਕ ਹੈ ਵਾਈਟ ਪੋਪੂਲੇਸ਼ਨ ਤੋਂ ਜੀ ਮੈਂਟਲ ਹੈਲਥ ਦੇ ਵਿੱਚ ਜੀ। ਤੇ ਉਹਦੇ ਵਿੱਚ ਸਾਨੂੰ ਸਭ ਤੋਂ ਵੱਡੀ ਗੱਲ ਇਹ ਲੱਗੀ ਕਿ ਇੱਕ ਤੇ ਅਸੀਂ ਗੱਲ ਨਹੀਂ ਕਰਦੇ ਇਸ ਬਾਰੇ ਜੀ ਇੱਕ ਦੂਜੇ ਨਾਲ, ਜਿਵੇਂ ਕੁਲਵਿੰਦਰ ਨੇ ਕਿਹਾ। ਹੂੰ। ਦੂਜਾ, ਜਦੋਂ ਪ੍ਰੋਬਲਮ ਬਹੁਤ ਵੱਧ ਜਾਂਦੀ ਹੈ ਅਸੀਂ ਡਾਕਟਰ ਕੋਲ ਨਹੀਂ ਜਾਂਦੇ, ਅਸੀਂ ਜਾਂ ਗੁਰਦੁਆਰੇ ਜਾਂਦੇ ਆ ਜਾਂ ਮੰਦਿਰ ਜਾਂਦੇ ਆ ਜਾਂ ਮਸਜਿਦ ਜਾਂਦੇ ਆ ਜੀ ਨਾ। ਇਹਦੇ 'ਚ ਘੁਮਾਣਾ ਨਹੀਂ ਹੈ। ਹਾਂਜੀ, ਅਗਰ ਤੁਸੀਂ ਜਾ ਕੇ ਕਿਸੇ ਗ੍ਰੰਥੀ ਨੂੰ ਕਹੋ ਕਿ ਮੇਰੇ ਬੱਚੇ ਵਾਸਤੇ ਅਰਦਾਸ ਕਰ, ਬਹੁਤ ਅੱਛਾ, ਪਰ ਅਰਦਾਸ ਇਲਾਜ ਨਹੀਂ ਹੈ। ਠੀਕ ਹੈ ਨਾ। ਉਹ ਕਈ ਵਾਰ ਅਸੀਂ ਦੇਖਿਆ ਸਾਡੀ ਕਮਿਊਨਿਟੀ ਵਿੱਚ ਲੋਕ ਫਿਰ ਉੱਥੇ ਹੀ ਰੁਕ ਜਾਂਦੇ ਆ ਜੀ। ਫਿਰ ਉਹ ਅਰਦਾਸ ਕਰਾਓ, ਫਿਰ ਕੋਈ ਕਹੇਗਾ ਅੱਛਾ ਤੁਸੀਂ ਲੈਸਟਰ ਚਲੇ ਜਾਓ, ਉੱਥੇ ਕੋਈ ਪੀਰ ਹੈ, ਜਾਂ ਫਲਾਣੀ ਜਗ੍ਹਾ ਚਲੇ ਜਾਓ, ਉੱਥੇ ਕੋਈ ਉਹ ਤੁਹਾਨੂੰ ਕਰ ਦੇਗਾ। ਸੋ ਸਾਡਾ ਜਿਹੜਾ ਵਿਊ ਹੈ ਜੀ, ਪਹਿਲੇ ਗੱਲ ਨਹੀਂ ਕਰਨੀ, ਫਿਰ ਸੋਚਣਾ ਇਹ ਕੋਈ ਜਾਦੂ ਟੋਣਾ ਕਰਤਾ ਕਿਸੇ ਨੇ, ਇਹ ਨਜ਼ਰ ਲੱਗ ਗਈ, ਇਹ ਕੋਈ ਪਾੜੇ ਕਰਮ ਹੈ। ਤੇ ਉਹਦੇ ਨਾਲ ਫਿਰ ਸਾਨੂੰ ਸਾਊਥ ਇੰਡੀਅਨ ਏਸ਼ੀਅਨ ਕਮਿਊਨਿਟੀ ਵਿੱਚ ਮਦਦ ਲੈਣ ਵਾਸਤੇ ਅਸੀਂ ਆਪਣੇ ਆਪ ਹੀ ਬੜੇ ਬੈਰੀਅਰ ਪੈਦਾ ਕੀਤੇ ਦੇ ਨੇ ਆਪਣੇ ਵਾਸਤੇ। ਗੱਲ ਨਹੀਂ ਕਰਨਾ, ਇੱਕ ਦੂਜੇ ਨੂੰ ਇਨਕਰੇਜ ਨਹੀਂ ਕਰਨਾ ਮਦਦ ਵਾਸਤੇ, ਮਦਦ ਮੰਗਣੀ ਨਹੀਂ, ਜੇ ਮੰਗਣੀ ਤੇ ਫਿਰ ਖਾਲੀ ਰਿਲੀਜੀਅਸ ਸੈਰੇਮਨੀ ਕਰਨੀ। ਇਹ ਤਾਂ ਸਾਡੀ ਕਮਿਊਨਿਟੀ ਵਾਸਤੇ ਬਹੁਤ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ। ਤੇ ਜਿਵੇਂ ਕੁਲਵਿੰਦਰ ਨੇ ਕਿਹਾ, ਕਾਫੀ ਇਨਫੋਰਮੇਸ਼ਨ ਇੰਟਰਨੈਟ ਤੇ ਅਵੇਲੇਬਲ ਹੈ ਜੀ। ਜੇ ਤੁਹਾਡੇ ਨੇੜੇ ਕੋਈ ਹਸਪੀਟਲ ਹੈ, ਸਾਈਕੈਟ੍ਰਿਕ ਹਸਪੀਟਲ ਜਾਂ ਜਨਰਲ ਹਸਪੀਟਲ ਜਿਹਦੀ ਸਾਈਕੈਟਰੀ ਡਿਪਾਰਟਮੈਂਟ ਹੈ, ਉੱਥੇ ਤੁਹਾਨੂੰ ਇਨਫੋਰਮੇਸ਼ਨ ਤੁਹਾਡੀ ਲੈਂਗੁਏਜ ਮਿਲ ਸਕਦੀ ਹੈ। ਸੋ ਗੱਲ ਇਹ ਆ ਕਿ ਕਈ ਵਾਰੀ ਅਸੀਂ ਕਹਿੰਦੇ ਹੁੰਦੇ ਆ ਨਾ, ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਇਸ ਪ੍ਰੋਬਲਮ ਤੋਂ ਸਫਰ ਕਰਦੇ ਆ ਨਾ, ਉਹ ਜਿਵੇਂ ਆਪਾਂ ਕਹਿ ਸਕਦੇ ਕਿ ਗੁਰਦੁਆਰੇ ਮੰਦਿਰ ਜਾਂਦੇ ਆ ਜਾਂ ਕਈ ਟੂਣੇ ਵਗੈਰਾ ਇੱਦਾਂ ਕੁਛ ਕਰਦੇ ਆ। ਸੋ ਉਹ ਇਹ ਸੋਚਦੇ ਆ ਕਿ ਜੇ ਅਸੀਂ ਡਾਕਟਰ ਕੋਲ ਜਾਵਾਂਗੇ ਤਾਂ ਲੱਗੂਗਾ ਕਿ ਸਾਨੂੰ ਕੋਈ ਸਾਨੂੰ ਬਿਮਾਰੀ ਆ ਕੋਈ, ਹੈ ਨਾ, ਤੇ ਬਾਕੀਆਂ ਨੂੰ ਪਤਾ ਲੱਗੂਗਾ ਜਾਂ ਸਾਨੂੰ ਵੀ ਕੋਈ ਮੈਡੀਕੇਸ਼ਨ ਲੈਣੀ ਪੈਣੀ ਆ, ਕਿਸੇ ਮੈਡੀਕੇਸ਼ਨ ਤੇ ਜਾਣਾ ਪੈਣਾ। ਸੋ ਇਹਦੇ ਵਿੱਚ ਕੋਈ ਮੈਡੀਕੇਸ਼ਨ ਹੁੰਦੀ ਜਾਂ ਸਿਰਫ ਤੁਸੀਂ ਸਿਰਫ ਗਾਈਡੈਂਸ ਦੇ ਨਾਲ ਹੀ ਉਹ ਜਿਹੜੀ ਆਪਣੀ ਪ੍ਰੋਬਲਮ ਤੋਂ ਰਿਕਵਰ ਕਰ ਸਕਦੇ ਆ? ਇਹ ਤੁਸੀਂ ਬਹੁਤ ਜ਼ਰੂਰੀ ਸਵਾਲ ਪੁੱਛਿਆ ਮੇਰੇ ਕੋਲੋਂ। ਤੁਸੀਂ ਲਓ ਐਗਜ਼ਾਮਪਲ ਲਓ ਬਲੱਡ ਪ੍ਰੈਸ਼ਰ ਦਾ, ਹਾਈ ਬਲੱਡ ਪ੍ਰੈਸ਼ਰ ਦਾ। ਜੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਜਲਦੀ ਤੁਹਾਨੂੰ ਪਤਾ ਲੱਗ ਗਿਆ ਕਿ ਹਾਈ ਬਲੱਡ ਪ੍ਰੈਸ਼ਰ ਹੈ, ਇੰਨਾ ਨਹੀਂ ਵਧਿਆ, ਤੇ ਤੁਹਾਨੂੰ ਡਾਕਟਰ ਕਹੇਗਾ ਵੀ ਇੰਜ ਕਰ, ਥੋੜਾ ਜਿਹਾ ਨਮਕ ਘੱਟ ਕਰ ਦੇ ਖਾਣੇ 'ਚ, ਥੋੜਾ ਵਜਨ ਘਟਾ ਲੈ, ਥੋੜੀ ਐਕਸਰਸਾਈਜ਼ ਕਰ, ਖਾਲੀ ਉਹਦੇ ਨਾਲ ਹੀ ਤੁਹਾਡਾ ਇਲਾਜ ਹੋ ਜਾਏਗਾ। ਅਗਰ ਤੁਸੀਂ ਉਹਦੇ ਨਾਲ ਦੇਰ ਕਰਤੀ ਫਿਰ ਤੁਹਾਨੂੰ ਦਵਾਈ ਲੈਣੀ ਪਏਗੀ। ਤੇ ਅਗਰ ਤੁਸੀਂ ਉਸ ਤੋਂ ਵੀ ਦੇਰ ਕਰਤੀ, ਤੁਹਾਡੀ ਕਿਡਨੀ ਵੀ ਡੈਮੇਜ ਹੋ ਜਾਏਗੀ। ਠੀਕ ਹੈ, ਤੁਹਾਡੇ ਹਾਰਟ ਵੀ ਡੈਮੇਜ ਹੋ ਜਾਏਗਾ। ਉਂਝ ਹੀ ਮਾਨਸਿਕ ਬਿਮਾਰੀਆਂ ਦਾ ਹੈ। ਜੇ ਤੁਸੀਂ ਬਹੁਤ ਜਲਦੀ ਫੜ ਲੋਗੇ, ਜੇ ਬਹੁਤ ਜਲਦੀ ਤੁਸੀਂ ਮੰਗ ਲੋਗੇ ਮਦਦ, ਤੇ ਖਾਲੀ ਹੋ ਸਕਦਾ ਗੱਲਬਾਤ ਨਾਲ ਹੀ, ਜਿਹਨੂੰ ਟਾਕਿੰਗ ਥੈਰੇਪੀਜ਼ ਕਹਿੰਦੇ ਆ, ਕਾਉਂਸਲਿੰਗ ਜਾਂ ਸਾਈਕੋਲੋਜੀਕਲ ਇੰਟਰਵੈਂਸ਼ਨ, ਖਾਲੀ ਉਹਦੇ ਨਾਲ ਇਲਾਜ ਹੋ ਸਕਦਾ ਹੈ। ਜੇ ਥੋੜੀ ਪਰੇਸ਼ਾਨੀ ਵੱਧ ਗਈ ਹੈ ਤੇ ਦਵਾਈ ਲੈਣੀ ਪਏਗੀ। ਪਰ ਉਹਦੇ 'ਚ ਇਹ ਦਵਾਈਆਂ ਜਿਹੜੀਆਂ ਨੇ, ਸਾਡੇ ਮੈਂਟਲ ਹੈਲਥ ਦੀਆਂ ਦਵਾਈਆਂ ਜਿਹੜੀਆਂ ਨੇ, ਇਹ ਬੜੀਆਂ ਇਫੈਕਟਿਵ ਨੇ। ਤੇ ਇਹ ਨਹੀਂ ਹੈ ਕਿ ਅਗਰ ਤੁਸੀਂ ਲਈ ਤਾਂ ਤੁਹਾਨੂੰ ਸਾਰੀ ਉਮਰ ਲੈਣੀ ਪਏਗੀ। ਅਸੀਂ ਇਹ ਵੀ ਸਾਬਤ ਕੀਤਾ ਹੈ ਕਿ ਮੋਸਟ ਮੈਂਟਲ ਇਲਨੈਸਿਸ ਅਸੀਂ ਉਹਨੂੰ ਕਹਿੰਦੇ अर्ਲੀ ਇੰਟਰਵੈਂਸ਼ਨ। ਅਗਰ ਤੁਸੀਂ ਜਲਦੀ ਇਲਾਜ ਕਰੋਗੇ ਤੇ ਤੁਹਾਨੂੰ ਇਲਾਜ ਥੋੜੀ ਦੇਰ ਕਰਨਾ ਪਏਗਾ, ਦਵਾਈ ਥੋੜੀ ਦੇਰ ਲੈਣੀ ਪਏਗੀ, ਤੇ ਤੁਹਾਨੂੰ ਤੁਸੀਂ ਪੂਰੇ ਠੀਕ ਵੀ ਹੋ ਸਕਦੇ ਹੋ। ਜਿਵੇਂ ਹੁਣ ਸੀਰੀਅਸ ਮੈਂਟਲ ਇਲਨੈਸ ਹੈ ਸਕਿਜ਼ੋਫਰੀਨੀਆ, ਇੱਕ ਟਾਈਮ ਤੇ ਸੋਚਦੇ ਸੀ ਕਿ ਕਿਸੇ ਨੂੰ ਸਕਿਜ਼ੋਫਰੀਨੀਆ ਹੋ ਗਿਆ, ਇਹਨੇ ਠੀਕ ਨਹੀਂ ਹੋਣਾ। ਹੁਣ 90% ਲੋਕ ਬਿਲਕੁਲ ਠੀਕ ਹੋ ਜਾਂਦੇ ਆ। ਸੋ the earlier you seek help, the better it is for you, and less likely you are to need long-term treatment. You may benefit just from talking therapies. So ਅਸੀਂ ਕਹਾਂਗੇ ਕਿ ਜਿਹੜੀ ਗੁੱਡ ਮੈਂਟਲ ਹੈਲਥ ਹੈ ਐਂਡ ਵੈਲਬੀਂਗ ਆ, ਉਹਨੂੰ ਅਸੀਂ ਕਿਵੇਂ ਕੰਸੀਡਰ ਕਰਾਂਗੇ, ਕਿਵੇਂ ਉਹਨੂੰ ਦੱਸਾਂਗੇ ਕਿ ਇਹ ਗੁੱਡ ਮੈਂਟਲ ਹੈਲਥ ਜਾਂ ਵੈਲਬੀਂਗ ਆ? ਬਿਲਕੁਲ। ਇਹ ਗੁੱਡ ਮੈਂਟਲ ਹੈਲਥ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਜਿਵੇਂ ਹਰ ਰੋਜ਼ ਦਾ ਕੰਮਕਾਜ ਹੈ ਉਹ ਤੁਸੀਂ ਠੀਕ ਤਰ੍ਹਾਂ ਕਰ ਸਕਦੇ ਹੋ। ਠੀਕ ਹੈ, ਤੁਹਾਡੀ ਨਿੰਦਰ ਠੀਕ ਹੈ, ਤੁਸੀਂ ਲੋਕਾਂ ਨਾਲ ਗੱਲਬਾਤ ਕਰਦੇ ਹੋ, ਤੁਸੀਂ ਆਪਣੀ ਫੈਮਿਲੀ ਵਿੱਚ, ਆਪਣੀ ਕਮਿਊਨਿਟੀ 'ਚ ਪਾਰਟਿਸਿਪੇਟ ਕਰਦੇ ਹੋ, ਤੁਹਾਨੂੰ ਇਕੱਲਾਪਨ ਨਹੀਂ ਮਹਿਸੂਸ ਹੁੰਦਾ, ਤੁਹਾਨੂੰ ਇੰਨੀ ਚਿੰਤਾ ਜਾਂ ਇੰਨਾ ਦੁੱਖ ਨਹੀਂ ਹੈ ਕਿ ਤੁਸੀਂ ਕੰਮਕਾਜ ਨਾ ਕਰ ਸਕੋ। Those are the main indicators. Connecting to others,
participating, sleeping well. Yeah. So how is like ਜਿਹੜੇ ਪਬਲਿਕ ਹੈਲਥ ਇੰਗਲੈਂਡ ਆ ਉਹਨਾਂ ਦੀ ਜਿਹੜੀ ਕੈਂਪੇਨ ਆ ਇਹ ਸੋ ਉਹਨਾਂ ਦੀ ਕੀ ਉਮੀਦ ਹੈਗੀ ਆ ਕਿ ਉਹ ਕਿਵੇਂ ਇਸ ਕੈਂਪੇਨ ਨੂੰ ਅਚੀਵ ਕਰਨਗੇ ਕਿ ਉਹਨਾਂ ਦੀ ਮਤਲਬ ਉਹਨਾਂ ਨੇ ਕੀ ਇਹਦਾ ਉਹਨਾਂ ਦਾ ਮਕਸਦ ਕੀ ਹੈ ਇਹਦੇ ਪਿੱਛੇ ਜਾਂ ਇਹ ਕਹਿ ਲਓ ਮਕਸਦ ਦਾ ਚਲੋ ਸਾਨੂੰ ਪਤਾ ਹੈ ਕਿ ਉਹ ਚਾਹੁੰਦੇ ਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹ ਅਵੇਅਰਨੈਸ ਹੋਵੇ ਹੈ ਨਾ ਸੋ ਉਹਨਾਂ ਦੀ ਜਿਵੇਂ ਆਪਾਂ ਕਹਿ ਲਓ ਕਿ ਮੈਂ ਤੁਹਾਨੂੰ ਸਿੰਪਲ ਕੁਐਸਚਨ ਪੁੱਛਦੀ ਆ ਕਿ ਵਾਟ ਡਸ PHE ਹੋਪ ਟੂ ਅਚੀਵ ਵਿਦ ਦ ਕੈਂਪੇਨ So the biggest thing they want to achieve is what you are doing right now, which is awareness. Okay. ਸਭ ਤੋਂ ਵੱਡਾ ਜਿਹੜਾ obstacle ਹੈ ਉਹ ਹੈ ਕਿ ਲੋਕਾਂ ਨੂੰ ਮਾਨਸਿਕ ਪਰੇਸ਼ਾਨੀਆਂ ਦੇ ਬਾਰੇ ਪੂਰੀ ਇਨਫੋਰਮੇਸ਼ਨ ਨਹੀਂ ਹੈ ਗਿਆਨ ਨਹੀਂ ਹੈ ਨੌਲੇਜ ਨਹੀਂ ਹੈ ਸੋ ਸਭ ਤੋਂ ਵੱਡਾ ਜਿਸ ਕੈਂਪੇਨ ਦਾ ਮਕਸਦ ਇਹ ਹੈ ਕਿ ਅਵੇਅਰਨੈਸ ਰੇਜ਼ਿੰਗ ਸੋ ਲੋਕਾਂ ਨੂੰ ਪਤਾ ਲੱਗੇ ਦੂਜਾ ਇਹ ਹੈ ਕਿ ਇਹ ਮੈਸੇਜ ਦੇਣਾ ਕਿ ਜਿਵੇਂ ਤੁਹਾਡੀ ਸਰੀਰਕ ਸਿਹਤ ਇੰਪੋਰਟੈਂਟ ਹੈ ਜ਼ਰੂਰੀ ਹੈ ਉਨੀ ਤੁਹਾਡੀ ਮਾਨਸਿਕ ਸਿਹਤ ਜ਼ਰੂਰੀ ਹੈ ਤੀਜਾ ਮੈਸੇਜ ਇਹ ਹੈ ਕਿ ਜਿੰਨੀ ਜਲਦੀ ਤੁਸੀਂ ਆਪਣੀ ਮਾਨਸਿਕ ਸਿਹਤ ਦਾ ਬਾਰੇ ਧਿਆਨ ਦੇਣਾ ਸ਼ੁਰੂ ਕਰੋਗੇ ਉਨਾ ਹੀ ਤੁਹਾਡੇ ਵਾਸਤੇ ਚੰਗਾ ਹੈ ਚੌਥਾ ਇਹ ਹੈ ਕਿ ਤੁਸੀਂ ਹਰ ਰੋਜ਼ ਦੀ ਜਿਹੜੀ ਆਪਣੇ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਸਰੀਰਕ ਸਿਹਤ ਵਾਸਤੇ ਉਂਝ ਤੁਸੀਂ ਆਪਣੀ ਮਾਨਸਿਕ ਸਿਹਤ ਵਾਸਤੇ ਕੁਝ ਛੋਟੀਆਂ ਚੀਜ਼ਾਂ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅੱਗੇ ਅਗਲੀ ਲੋੜ ਹੀ ਨਾ ਪਏ ਜ਼ਿਆਦਾ ਵਧਣ ਦੀ ਤੇ ਪੰਜਵਾਂ ਇਹ ਹੈ ਕਿ ਅਗਰ ਤੁਹਾਨੂੰ ਪਰੇਸ਼ਾਨੀ ਵੱਧ ਗਈ ਹੈ ਫਿਰ ਮਦਦ ਲਓ ਤੇ ਮਦਦ ਅਵੇਲੇਬਲ ਹੈ ਜੀ ਸੋ ਕੁਲਵਿੰਦਰ ਸਿੰਘ ਤੁਹਾਡੇ ਐਕਸਪੀਰੀਅੰਸ ਫਰੋਮ ਯੂਰ ਐਕਸਪੀਰੀਅੰਸ ਅਸੀਂ ਤੁਹਾਨੂੰ ਪੁੱਛਣਾ ਕਿ ਤੁਸੀਂ ਕਿਵੇਂ ਗਾਈਡ ਕਰੋਗੇ ਸਾਡੇ ਜਿਹੜੇ ਵਿਊਅਰਸ ਹੈਗੇ ਆ ਸੋ ਕਿਵੇਂ ਉਹ ਐਕਸੈਸ ਕਰ ਸਕਦੇ ਜਿਹੜਾ ਉਹ ਗਾਈਡ ਹੈਗਾ ਐਵਰੀ ਮਾਈਂਡ ਮੈਟਰਸ ਵਾਲਾ ਸੋ ਉਹਨੂੰ ਤੁਸੀਂ ਥੋੜਾ ਐਕਸਪਲੇਨ ਕਰ ਸਕਦੇ ਹੋ ਪਲੀਜ਼ So, I mean, the guide is there to basically allow our people to access advice from the NHS, right? Okay. So the NHS are involved. Obviously, our community has issues when it comes to engaging with mental health and mental health awareness. So they're just trying to give them that bridge there to allow them to access it, to allow other folk to come in and maybe even translate for them, just to get people talking, because that's the main thing. Because depression, suicide, it stops people from talking. So the more we can talk about it, the more we can engage, the more we can share our stories like you've enabled me to do today, the better it can only be. I mean, the last thing you want is for people to be shut in their own minds, in their own worlds, and just isolate themselves. I think we all know when we go to the Gurdwara, the Mandir or wherever, and we see certain people just sitting there alone and they're quiet, they're in their own world. Some people might look on and think, but they're religious here, they're really into it. But others might look on and think, you know what, that person's struggling and maybe the Gurdwara at this moment in time is not the right place for them. I mean, by all means, religion can help, but it needs to be side to side with medical. So we got only like 1 or 2 minutes left to finish the show. So what advice would you give to like viewers of our watching you right now? I would say talk to people. Listen to people, don't just dismiss them, don't get hung up in your own cultural taboos. I mean, some of it's not even a religious problem, some of it's cultural, the stigma of suicide, the taboo. Ignore all that, because the more you ignore it, the more people will die, the more people will suffer. It's not right, it's not fair. And as Sikhs, we should be better than that. We need to help the vulnerable, as we always like to do. So ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਅਗਰ ਤੁਹਾਨੂੰ ਮਾਨਸਿਕ ਪਰੇਸ਼ਾਨੀ ਹੈ ਤੇ ਇਹ ਨਾ ਸਮਝੋ ਕਿ ਇਹ ਕੋਈ ਕਮਜ਼ੋਰੀ ਹੈ ਤਾਂ ਇਹ ਨਾ ਸਮਝੋ ਕਿ ਮਦਦ ਮੰਗਣ ਨਾਲ ਕੁਝ ਮਾੜਾ ਹੋਏਗਾ ਜਿੰਨੀ ਜਲਦੀ ਤੁਸੀਂ ਮਦਦ ਮੰਗੋਗੇ ਉਨੀ ਹੀ ਜਲਦੀ ਤੁਸੀਂ ਇਸ 'ਤੇ ਕਾਬੂ ਪਾ ਸਕਦੇ ਹੋ ਸੋ ਡੋਂਟ ਇਗਨੋਰ ਇਟ ਡੋਂਟ ਅਵੋਇਡ ਇਟ ਡੋਂਟ ਡਿਸਮਿਸ ਇਟ ਸੀਕ ਹੈਲਪ ਇਫ ਯੂ ਨੀਡ ਟੂ ਸੋ ਬਿਲਕੁਲ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਸ਼ੋਅ 'ਤੇ ਆਏ ਕਾਫੀ ਵਧੀਆ ਜਾਣਕਾਰੀ ਤੁਸੀਂ ਸ਼ੇਅਰ ਕੀਤੀ ਆ ਸਾਡੇ ਦਰਸ਼ਕਾਂ ਦੇ ਨਾਲ ਸੋ ਤੁਸੀਂ ਵੈਬਸਾਈਟ 'ਤੇ ਜਾਣਾ ਐਵਰੀ ਮਾਈਂਡ ਮੈਟਰਸ ਉਹਦੇ 'ਤੇ ਜਾ ਕੇ ਤੁਸੀਂ ਵੈਬਸਾਈਟ 'ਤੇ ਇਹ ਔਨਲਾਈਨ ਵੈਬਸਾਈਟ ਹੈਗੀ ਆ ਤੁਸੀਂ ਇਹਦੇ 'ਤੇ ਜਾ ਕੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਸੋ ਕੁਲਵਿੰਦਰ ਸਿੰਘ ਨੇ ਆਲਰੇਡੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇਤੀ ਆ ਸੋ ਤੁਸੀਂ ਬਿਲਕੁਲ ਇਹਨੂੰ ਇਗਨੋਰ ਨਾ ਕਰੋ ਅਤੇ ਇਹਦੇ ਉੱਪਰ ਤੁਸੀਂ ਜ਼ਰੂਰ ਇਹ ਜਿਹੜਾ ਸ਼ੇਅਰ ਕਰੋ ਆਪਣੀਆਂ ਸਾਰੀਆਂ ਜੋ ਤੁਹਾਡੀਆਂ ਪ੍ਰੋਬਲਮਸ ਸਾਰੀਆਂ ਮੈਂਟਲ ਪ੍ਰੋਬਲਮਸ ਹੈ ਸੋ ਇੱਥੇ ਹੁਣ ਸਾਡੇ ਕੋਲ ਟਾਈਮ ਫਿਨਿਸ਼ ਹੋ ਗਿਆ ਸੋ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਜ਼ਰੂਰ ਸਾਨੂੰ ਮਾਫ ਕਰ ਦਿਓ ਕਿਉਂਕਿ ਲਾਈਵ ਸ਼ੋਅ ਹੁੰਦਾ ਸੋ ਇੱਥੇ ਅਸੀਂ ਸਮਾਪਤੀ ਕਰਦੇ ਹਾਂ ਜੀ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ